ਹੁਣ ਫਿਰ ਦੁਬਾਰਾ ਸਮਨ ਹੋਏ ਨੇ ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਐਕਸ਼ਨ ਹੋ ਰਿਹਾ ਹੈ ਜਾਂ ਸਿਰਫ ਤੇ ਸਿਰਫ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼? ਦੇਖੋ, ਇਹ ਐਕਸ਼ਨ ਨਹੀਂ ਹੋ ਰਿਹਾ, ਇਹ ਕੇਸਾਂ ਦਾ ਲਗਭਗ ਦਫਨਾ ਰਹੇ ਨੇ ਕਿ ਬਾਦਲ ਹੋਣਾ ਦੇ ਰਾਜ ਵੇਲੇ ਤੇ ਗੱਲਾਂ ਹੋਈਆਂ, ਵਿਅਕਤੀ ਕਾਂਡ ਹੋਏ, ਇਹ ਕਾਂਡ ਹੋਇਆ। ਉਹ ਖੁਦ ਇੰਨਾ ਚਿਰ ਪਾਵਰ 'ਚ ਰਹੇ ਸੀ, ਉਹਨਾਂ ਨੇ ਕੁਛ ਨਹੀਂ ਕੀਤਾ। ਇਸੇ ਕਰਕੇ ਨਹੀਂ ਕੀਤਾ ਵੀ ਉਹ ਖੁਦ ਜ਼ਿੰਮੇਵਾਰ ਸੀ, ਕਸੂਰਵਾਰ ਸੀ। ਜਿਹੜੇ ਕਮਿਸ਼ਨ ਪਹਿਲਾਂ ਬਣੇ ਉਹਨਾਂ ਦੀਆਂ ਜਾਂਚ ਰਿਪੋਰਟਾਂ ਸਾਡੇ ਕੋਲ ਹੈਗੀਆਂ, ਅਸੀਂ ਤਾਂ ਸਿਰਫ ਐਕਸ਼ਨ ਕਰਨਾ 24 ਘੰਟੇ ਦੇ ਇਨਸਾਫ। ਸੋ ਇਹ ਕੇਸ ਇਹਦੇ 'ਚ ਕੀ ਇੱਦਾਂ ਦੀ ਉਲਝਣ ਪਾਈ ਇਹਨਾਂ ਨੇ? ਇੱਕ ਤੇ ਸਭ ਤੋਂ ਪਹਿਲਾਂ ਜਿਹੜੀ ਹੈਰਾਨੀ ਦੀ ਗੱਲ ਆ ਕਿ ਅਣਪਛਾਤੀ ਪੁਲਿਸ ਦੱਸਦੇ ਰਹੇ ਨੇ। ਜਿਹੜੇ ਮੁਲਾਜ਼ਮਾਂ ਦੀ ਡਿਊਟੀ ਲੱਗਦੀ ਉਹਨਾਂ ਦੀ ਲਿਸਟ ਬਣਦੀ ਆ, ਕਿਹੜਾ ਮੁਲਾਜ਼ਮ ਕਿੱਥੋਂ ਆਇਆ, ਕਿੱਥੇ ਕਿਹੜੀ ਡਿਊਟੀ ਵਾਸਤੇ ਲਾਇਆ ਸੀ। ਇਹ ਕਿੱਦਾਂ ਇਹਨਾਂ ਨੇ ਇਹ ਕਰਤਾ? ਸਿਰਫ ਇਸੇ ਕਰਕੇ ਇਹ ਗੱਲਾਂ ਕੀਤੀਆਂ ਨੇ ਕਿ ਕੇਸ ਨੂੰ ਖਰਾਬ ਕਰਨਾ ਸੀ। ਉੱਥੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇਸ਼ ਉੱਤੇ ਸ਼ੱਕ ਸ਼ੁਬਾ ਹੈ ਉਹਨਾਂ ਨੂੰ ਦੁਬਾਰਾ ਸਮਨ ਕਰ ਲੈਣੇ, ਕੋਈ ਕਰੀ ਕੋਈ ਸਿੱਟ ਬਣਾ ਦੇਣੀ, ਚਾਹੇ ਕੋਈ ਉਹਨਾਂ ਦੇ ਹੋਰ ਜਿਹੜੀ ਹੈ ਇਸ ਤਰ੍ਹਾਂ ਦੀ ਤਫਤੀਸ਼ ਕਰ ਦੇਣੀ। ਇਹਦੀ ਇੱਕ ਡਰਾਮੇਬਾਜ਼ੀ ਹੈ। ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਪੁਲਿਸ ਕਰਦੀ ਆ, ਉਹ ਇਹਨਾਂ ਨੇ ਬਿਲਕੁਲ ਬੋਗਸ ਕਰਤੀ, ਬਿਲਕੁਲ ਝੂਠੀ ਹੋ ਗਈ। ਦੋ ਤਿੰਨ ਤਰ੍ਹਾਂ ਦੀ ਉੱਥੇ ਸਟੋਰੀ ਇਹਨਾਂ ਨੇ ਕੱਢਤੀ ਵੀ ਇੱਦਾਂ ਹੋਇਆ। ਇੱਕ ਧੋਖਾ ਹੈ ਸਿਸਟਮ ਨਾਲ, ਕਾਨੂੰਨ ਨਾਲ। ਲੋਕਾਂ ਦੇ ਕੀ ਕਰ ਤੁਸੀਂ ਘੱਟਾ ਪਾਉਣ ਵਾਲੀ ਗੱਲ ਹੈ, ਘੱਟਾ ਨਹੀਂ, ਲੋਕਾਂ ਨੂੰ ਬਿਲਕੁਲ ਬੇਵਕੂਫ ਬਣਾਉਣ ਦੀ ਗੱਲ ਹੈ। ਅਤੇ ਇਸ ਕਰਕੇ ਇਹ 302 ਦਾ ਕੇਸ ਸੀ। ਇਹਦੇ 'ਚ ਉਹਨਾਂ ਨੇ ਉਸ ਵੇਲੇ ਸਾਰੇ ਬੰਦੇ ਜਿਹੜੇ ਰੈਸਕਿਊ ਨਹੀਂ ਕਰਦੇ ਰਹੇ। ਕੋਈ ਕਹਿੰਦਾ ਹੈ ਕਿ ਪੁਲਿਸ ਨੇ ਆਪ ਫਾਇਰਿੰਗ ਕੀਤੀ ਆ, ਕੁਛ ਸਟੋਰੀ ਪ੍ਰੋਸੀਕਿਊਸ਼ਨ ਇਹ ਆਉਂਦੀ ਆ ਕਿ ਜਿਹੜੀ ਸੰਗਤ ਦੇ ਵਿੱਚ ਕੁਛ ਬੰਦਿਆਂ ਨੇ ਪੁਲਿਸ ਕੋਲ ਜਿਹੜੀਆਂ ਅਸਲਾ ਖੋ ਕੇ, ਵੈਪਨਸ ਖੋ ਕੇ ਜਿਹੜੀ ਫਾਇਰ ਕਰਤੀ। ਬਾਦਲ ਜਿਹੜਾ ਹੈ ਕੋਈ ਅਸਮਾਨ ਤੋਂ ਡਿੱਗਿਆ ਹੈ, ਉਹਦੇ ਲਈ ਵੀ ਕਾਨੂੰਨ ਉਹ ਹੀ ਆ। ਜਿਹੜੀਆਂ ਗੱਲਾਂ ਉਹ ਮਿੰਨਤਾਂ ਕੱਢ ਕੇ ਪੁੱਛਣ ਦੀ ਗੱਲ ਕਰਦੇ, ਬੰਦਾ ਜਦੋਂ ਅਰੈਸਟ ਹੁੰਦਾ ਹੈ ਉਹ ਗੱਲਾਂ ਸਾਰੀਆਂ ਦੇ ਸਾਰੇ ਇਨਵੈਸਟੀਗੇਸ਼ਨ ਦੇ ਵਿੱਚ ਇੱਕਦਮ ਆ ਜਾਂਦੀਆਂ ਨੇ। ਜਿਹਦੇ ਤੇ ਸ਼ੱਕ ਹੁੰਦਾ ਆਮ ਬੰਦੇ ਨੂੰ ਤੁਸੀਂ ਇੱਕਦਮ ਅਰੈਸਟ ਕਰ ਲੈਂਦੇ ਹੋ, ਜਿਹਦੇ 'ਚ ਜ਼ਮਾਨਤ ਵੀ ਮਿਲ ਜਾਂਦੀ ਆ, ਉਸ ਅਫੈਂਸ 'ਚ ਵੀ ਤੁਸੀਂ ਇੱਕਦਮ ਅਰੈਸਟ ਕਰਦੇ ਹੋ। ਇਹਦੇ ਹੁਣ ਇਹਨਾਂ ਸੁਖਬੀਰ ਬਾਦਲ ਕਿਉਂ ਡਰਦੇ ਨੇ? ਕਿਉਂ ਨਹੀਂ ਭੇਜਦੇ ਡੀਜੀਪੀ ਨੂੰ? ਇਹਨੂੰ ਨੋਟਿਸ ਭੇਜਣ ਦੀ ਕੀ ਲੋੜ ਹੈ? ਇਹਨੂੰ ਘਰੋਂ ਜਾ ਕੇ ਚੁੱਕ ਲਿਓ। ਉਸ ਵੇਲੇ ਹੁਕਮ ਦਿੱਤੇ ਨੇ ਗੋਲੀ ਚਲਾਉਣ ਦੇ, ਜਾਂ ਜੋ ਐਕਸ਼ਨ ਕੀਤਾ ਹੈਗਾ ਜਾਂ ਕਿਸੇ ਦੇ ਕਤਲ ਦਾ ਕਾਰਨ ਬਣੇ ਨੇ ਤਾਂ ਸਿੱਧੇ ਤੌਰ ਤੇ ਗ੍ਰਿਫਤਾਰੀ ਕਰਕੇ ਫਿਰ ਜਾਂਚ ਕਰ। ਹੋਣਾ ਹੀ ਇਹੋ ਚਾਹੀਦਾ ਜੀ। ਨਾਲੇ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਉਹਦੇ 'ਤੇ ਪਾਬੰਦੀ ਪੈ ਜੇ ਵੀ ਤੁਸੀਂ ਵੀ ਇਹਨਾਂ ਨੂੰ ਅਰੈਸਟ ਕਰ ਲਿਆ, ਤੁਸੀਂ ਵਿਦਨ 90 ਦਿਨ ਦੇ ਵਿੱਚ ਚਲਾਨ ਦੇਣਾ ਹੈ। ਤੁਹਾਨੂੰ ਦੱਸ ਰਿਹਾ ਕਿ ਡਿਫਰੈਂਟ ਸਟੋਰੀਜ਼ ਆਉਣੀਆਂ, ਫਿਰ ਇਹ ਕਹਿਣਾ ਕਿ ਸੁਖਬੀਰ ਬਾਦਲ ਨਹੀਂ ਸੀ, ਇੰਸਟਰਕਸ਼ਨ ਬਾਦਲ ਕੋਲੋਂ ਮਿਲੀ ਜਾਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮਿਲੀ ਜਾਂ ਸੁਮੇਧ ਸਿੰਘ ਸੈਣੀ ਨਾਲ ਕੰਟੈਕਟ ਹੋਇਆ। ਉਹ ਸਾਰੀਆਂ ਗੱਲਾਂ ਕਿੱਥੇ ਨੇ? ਆਇਆ ਜਿਹੜਾ ਵਿਜੇ ਕੁਬਰ ਪ੍ਰਤਾਪ ਸਾਹਿਬ ਨੇ ਜਿਹੜਾ ਚਲਾਨ ਤਿਆਰ ਕੀਤਾ, ਉਹਦੀਆਂ 5 ਜਾਂ 6 ਰਿਪੋਰਟਾਂ ਦੇ ਵਿੱਚ ਉਹਨਾਂ ਦੇ ਦਸਤਖਤ ਸੀ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਨਹੀਂ ਦਸਤਖਤ ਕਰਨ ਦਿੱਤੇ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, 2015 ਦੇ ਵਿੱਚ ਬੇਅਦਬੀ ਘਟਨਾ ਤੇ ਉਸ ਤੋਂ ਬਾਅਦ ਗੋਲੀकांड ਲਗਾਤਾਰ ਚਰਚਾ ਦਾ ਵਿਸ਼ਾ ਰਹੇ ਨੇ। ਬਹੁਤ ਸਾਰੇ, ਕਿਉਂਕਿ ਲੋਕਾਂ ਦੀਆਂ ਉਸ ਵੇਲੇ ਭਾਵਨਾਵਾਂ ਨੂੰ ਠੇਸ ਪਹੁੰਚੀ ਸੀਗੀ ਤੇ ਨਾਲ ਦੀ ਨਾਲ ਸਿੱਧੇ ਤੌਰ ਤੇ ਵੀ ਮੰਨਿਆ ਜਾਂਦਾ ਸੀਗਾ ਕਿ ਜਿਸ ਤਰੀਕੇ ਦੀ ਇਹ ਕਾਰਵਾਈ ਪੰਜਾਬ ਦੇ ਵਿੱਚ ਹੋਈ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਈ ਹੈ। ਸਾਫ਼ ਤੌਰ ਤੇ ਵੱਡੇ ਇਲਜ਼ਾਮ ਸੀਗੇ ਜਿਹੜੇ ਉਹ ਇੱਕ ਡੇਰੇ ਦੇ ਉੱਪਰ ਲੱਗੇ ਸੀਗੇ ਤੇ ਬਹੁਤ ਸਾਰੀਆਂ ਚੀਜ਼ਾਂ ਉਧਰਲੇ ਪਾਸੇ ਇਸ਼ਾਰਾ ਵੀ ਕਰਦੀਆਂ ਸੀ। ਮੌਕੇ ਦੀ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਰਹੀ। ਉਸ ਤੋਂ ਬਾਅਦ ਨਵੀਂ ਸਰਕਾਰ ਬਣੀ, ਕੈਪਟਨ ਅਮਰਿੰਦਰ ਸਿੰਘ ਦੇ ਹੱਥ ਕਮਾਂਡ ਆਈ। ਉਹਨਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਇਨਸਾਫ ਦਿਵਾਵਾਂਗੇ। ਚੰਨੀ ਸਰਕਾਰ ਆਈ, ਉਹਨਾਂ ਨੇ ਵੀ ਐਕਸ਼ਨ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਪਰ ਨਾਲ ਦੀ ਨਾਲ ਸਭ ਤੋਂ ਵੱਡਾ ਇੱਕ ਲੋਕਾਂ ਦੇ ਨਾਲ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ 2022 ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ ਕਿ 24 ਘੰਟਿਆਂ ਦੇ ਵਿੱਚ ਐਕਸ਼ਨ ਕਰ ਦੇਵਾਂਗੇ। ਹੁਣ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਸਮਨ ਜਾਰੀ ਹੋਏ ਨੇ। ਆਖਰਕਾਰ ਚੱਲ ਕੀ ਰਿਹਾ ਹੈਗਾ? ਕੀ ਸਿਰਫ ਤੇ ਸਿਰਫ ਲੋਕਾਂ ਨੂੰ ਉਲਝਾਇਆ ਜਾ ਰਿਹਾ ਹੈਗਾ? ਇਸ ਮਸਲੇ ਤੇ ਤਮਾਮ ਜਾਣਕਾਰੀ ਅਸੀਂ ਇਹ ਬਾਬਤ ਗੱਲ ਕਰਨੀ ਹੈ। ਸਾਡੇ ਨਾਲ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਨੇ, ਨਾਲ ਦੀ ਨਾਲ ਦਿਲਸ਼ੇਰ ਸਿੰਘ ਨੇ। ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਮਾਮਲਾ ਕੀ ਨਜ਼ਰ ਆਉਂਦਾ ਇਹਨਾਂ ਨੂੰ ਆਪਣੇ ਤੌਰ ਤੇ, ਕਿਉਂਕਿ ਲੰਮਾ ਤਜਰਬਾ ਹੋ ਗਿਆ ਵਕਾਲਤ ਕਰਦਿਆਂ ਨੂੰ। ਕੀ ਲੱਗਦਾ ਕਿ ਮਾਮਲਾ ਸਿਰੇ ਬੰਨੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਸਿਰਫ ਉਲਝਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਚਾਹਲ ਸਾਹਿਬ, ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕਾਂ ਨੂੰ ਸਿੱਧੀ ਜਾਣਕਾਰੀ ਹੋਣੀ ਚਾਹੀਦੀ ਹੈ। ਸਮਨ ਜਾਰੀ ਹੋ ਗਏ ਤੇ ਲੋਕਾਂ ਨੂੰ ਇੱਦਾਂ ਲੱਗਦਾ ਸ਼ਾਇਦ ਕੋਈ ਵੱਡਾ ਐਕਸ਼ਨ ਹੋਵੇਗਾ। ਸਮਨ ਪਹਿਲਾਂ ਵੀ ਜਾਰੀ ਹੋਏ ਸੀਗੇ, ਪਹਿਲਾਂ ਵੀ ਪੁੱਛ ਪੜਤਾਲ ਹੋਈ। ਅਕਾਲੀ ਦਲ ਕਹਿੰਦਾ ਰਿਹਾ ਕਿ ਅਸੀਂ ਹਰੇਕ ਪੁੱਛ ਪੜਤਾਲ ਦਾ ਹਿੱਸਾ ਬਣਾਂਗੇ ਕਿਉਂਕਿ ਅਸੀਂ ਕੁਝ ਗਲਤ ਨਹੀਂ ਕੀਤਾ ਹੈਗਾ। ਹੁਣ ਫਿਰ ਦੁਬਾਰਾ ਸਮਨ ਹੋਏ ਨੇ ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਐਕਸ਼ਨ ਹੋ ਰਿਹਾ ਹੈ ਜਾਂ ਸਿਰਫ ਤੇ ਸਿਰਫ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਦੇਖੋ, ਇਹ ਐਕਸ਼ਨ ਨਹੀਂ ਹੋ ਰਿਹਾ,
ਇਹ ਕੇਸਾਂ ਦਾ ਲਗਭਗ ਦਫਨਾ ਰਹੇ ਨੇ। ਕੇਸਾਂ ਨੂੰ ਜੇ ਬਾਕੀ ਵੀ ਹੁਣ ਜੇ ਬਹਿਬਲ ਕਲਾਂ ਦੇ ਵਿੱਚ 2 ਬੰਦੇ ਮਰੇ ਨੇ, ਚੋਟਾਂ ਲੱਗੀਆਂ ਨੇ, ਉਹਦੇ 'ਚ 302 ਦੀ ਦਫਾ ਲੱਗਦੀ ਹੈ ਜਿੱਥੇ ਕਤਲ ਹੋ ਜਾਂਦਾ ਹੈ। ਫਿਰ ਜਿੱਥੇ ਚੋਟਾਂ ਲੱਗੀਆਂ, ਗਹਿਰੀਆਂ ਚੋਟਾਂ ਲੱਗੀਆਂ, 307 ਬਣਦੀ ਹੈ। ਉਹਦੇ ਵਿੱਚ ਬੰਦੇ ਇੱਕਦਮ ਅਰੈਸਟ ਹੋਣੇ ਚਾਹੀਦੇ ਨੇ, ਭਾਵੇਂ ਉਹ ਮੁੱਖ ਮੰਤਰੀ ਹੈ, ਤੇ ਭਾਵੇਂ ਡਿਪਟੀ ਮੁੱਖ ਮੰਤਰੀ ਹੈ, ਤੇ ਭਾਵੇਂ SP ਹੈ, ਭਾਵੇਂ SSP ਜਾਂ ਕੋਈ ਵੀ ਹੋਵੇ। ਮਤਲਬ ਇਹ ਜਿਹੜਾ ਹੈ ਪਿਛਲੇ 7 ਸਾਲ ਦਾ ਤਜਰਬਾ ਦੱਸਦਾ ਹੈ ਕਿ ਬਾਦਲ ਹੋਣਾ ਦੇ ਰਾਜ ਵੇਲੇ 'ਤੇ ਗੱਲਾਂ ਹੋਈਆਂ, ਵਿਅਬਦੀ ਕਾਂਡ ਹੋਏ, ਇਹ ਕਾਂਡ ਹੋਇਆ। ਉਹ ਖੁਦ ਇੰਨਾ ਚਿਰ ਪਾਵਰ 'ਚ ਰਹੇ ਸੀ, ਉਹਨਾਂ ਨੇ ਕੁਛ ਨਹੀਂ ਕੀਤਾ। ਇਸੇ ਕਰਕੇ ਨਹੀਂ ਕੀਤਾ ਵੀ ਉਹ ਖੁਦ ਜ਼ਿੰਮੇਵਾਰ ਸੀ, ਕਸੂਰਵਾਰ ਸੀ, ਇਸ ਕਰਕੇ ਉਹਨਾਂ ਨੇ ਨਹੀਂ ਕੀਤਾ। ਅਤੇ ਜੇ ਉਸ ਤੋਂ ਬਾਅਦ ਕੈਪਟਨ ਨੇ ਇਹ ਗੱਲਾਂ ਕਰਨ ਦੀ ਗੱਲ ਕੀਤੀ ਹੈ ਵੀ ਮੈਂ ਉਹਨਾਂ ਨੂੰ ਜੀ ਕੁਛ ਦਿਨਾਂ 'ਚ ਅਤੇ ਕੁਝ ਮਹੀਨਿਆਂ 'ਚ ਹੀ ਜਿਹੜਾ ਹੈ ਉਹਨਾਂ ਦੀ ਕੋਈ ਸੁਣਵਾਈ ਲਈ ਅੱਗੇ ਲੈ ਆਵਾਂਗਾ, ਉਹ ਵੀ ਬਿਲਕੁਲ ਝੂਠਾ ਨਿਕਲਿਆ। ਹੁਣ ਮੇਰੇ ਖਿਆਲ ਕੈਪਟਨ ਨੇ ਇਹ ਮਹਿਸੂਸ ਕਰ ਲਿਆ ਵੀ ਜਿਨ੍ਹਾਂ ਦੇ ਬੰਦੇ ਮਰੇ ਨੇ ਬਹਿਬਲ ਕਲਾਂ 'ਚ, 2 ਬੰਦੇ ਮਰੇ, ਇਹਨਾਂ ਨੂੰ ਕਰੋੜ ਕਰੋੜ ਰੁਪਈਆ ਦੇ ਕੇ ਜਿਹੜਾ ਹੈ ਇਹ ਸਾਡਾ ਕੰਮ ਸਰ ਗਿਆ। ਲੋਕਾਂ ਦੇ ਇਹ ਮਤਲਬ ਬਹੁਤ ਵੱਡਾ ਘੱਟਾ ਪਾਉਣਾ ਸੀ। ਸਵਾਲ ਇਹ ਜਿੱਥੇ ਐਡਾ ਵੱਡਾ ਕ੍ਰਾਈਮ ਹੋਇਆ ਹੈ, ਉੱਥੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇਸ਼ ਉੱਤੇ ਸ਼ੱਕ ਸ਼ੁਬਾ ਹੈ ਉਹਨਾਂ ਨੂੰ ਦੁਬਾਰਾ ਸਮਨ ਕਰ ਲੈਣੇ, ਕੋਈ ਕਦੀ ਕੋਈ ਸਿੱਟ ਬਣਾ ਦੇਣੀ, ਚਾਹੇ ਕੋਈ ਉਹਨਾਂ 'ਤੇ ਹੋਰ ਜਿਹੜੀ ਹੈ ਇਸ ਤਰ੍ਹਾਂ ਦੀ ਤਫਤੀਸ਼ ਕਰ ਦੇਣੀ। ਇਹਦੀ ਇੱਕ ਡਰਾਮੇਬਾਜ਼ੀ ਹੈ, ਇੱਕ ਧੋਖਾ ਹੈ ਸਿਸਟਮ ਨਾਲ, ਕਾਨੂੰਨ ਨਾਲ। ਲੋਕਾਂ ਦੇ ਜਿਹੜੀ ਗੱਲ ਤੁਸੀਂ ਘੱਟਾ ਪਾਉਣ ਵਾਲੀ ਗੱਲ ਹੈ, ਘੱਟਾ ਨਹੀਂ, ਲੋਕਾਂ ਨੂੰ ਬਿਲਕੁਲ ਬੇਵਕੂਫ ਬਣਾਉਣ ਦੀ ਗੱਲ ਹੈ। ਅਤੇ ਇਸ ਕਰਕੇ ਇਹ 302 ਦਾ ਕੇਸ ਸੀ। ਇਹਦੇ 'ਚ ਉਹਨਾਂ ਨੇ ਉਸ ਵੇਲੇ ਸਾਰੇ ਬੰਦੇ ਜਿਹੜੇ ਅਰੈਸਟ ਕਿਉਂ ਨਹੀਂ ਕਰਦੇ ਰਹੇ? ਬਾਦਲ ਜਿਹੜਾ ਹੈ ਕੋਈ ਅਸਮਾਨ ਤੋਂ ਡਿੱਗਿਆ ਹੈ, ਉਹਦੇ ਲਈ ਵੀ ਕਾਨੂੰਨ ਉਹ ਹੀ ਆ। ਜਿਹੜੀਆਂ ਗੱਲਾਂ ਉਹ ਮਿੰਨਤਾਂ ਕੱਢ ਕੇ ਪੁੱਛਣ ਦੀ ਗੱਲ ਕਰਦੇ, ਬੰਦਾ ਜਦੋਂ ਅਰੈਸਟ ਹੁੰਦਾ ਹੈ ਉਹ ਗੱਲਾਂ ਸਾਰੀਆਂ ਦੇ ਸਾਰੇ ਇਨਵੈਸਟੀਗੇਸ਼ਨ ਦੇ ਵਿੱਚ ਇੱਕਦਮ ਆ ਜਾਂਦੀਆਂ ਨੇ। ਬੜਾ ਫਰਕ ਹੈ ਇਨਵੈਸਟੀਗੇਸ਼ਨ ਦਾ। ਸੁਪਰੀਮ ਕੋਰਟ ਤਾਂ ਦੁਬਾਰਾ ਕਹੀ ਜਾਂਦੀ ਹੈ ਵੀ ਜਿਹੜੀ ਕਸਟੋਡੀਅਲ ਇੰਟੈਰੋਗੇਸ਼ਨ, ਬੰਦੇ ਨੂੰ ਅਰੈਸਟ ਕਰਕੇ ਇੰਟੈਰੋਗੇਸ਼ਨ ਕਰਨੀ ਆ, ਉਹਦੇ 'ਚ ਬਹੁਤ ਚੰਗੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਜਾਂਦੀਆਂ ਨੇ, ਉਹ ਜ਼ਿਆਦਾ ਇਫੈਕਟਿਵ ਹੈ। ਯਾਨੀ ਕਿ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹੋ ਜੇ ਉਹਨਾਂ ਨੂੰ ਲੱਗਦਾ ਹੈਗਾ ਕਿ ਉਹਨਾਂ ਨੇ ਦੋਸ਼ ਉਸ ਵੇਲੇ ਹੁਕਮ ਦਿੱਤੇ ਨੇ ਗੋਲੀ ਚਲਾਉਣ ਦੇ, ਜਾਂ ਜੋ ਐਕਸ਼ਨ ਕੀਤਾ ਹੈਗਾ, ਜਾਂ ਕਿਸੇ ਦੇ ਕਤਲ ਦਾ ਕਾਰਨ ਬਣੇ ਨੇ, ਤਾਂ ਸਿੱਧੇ ਤੌਰ 'ਤੇ ਗ੍ਰਿਫਤਾਰੀ ਕਰਕੇ ਫਿਰ ਜਾਂਚ ਕਰਨੀ ਚਾਹੀਦੀ। ਹੋਣਾ ਹੀ ਇਹੋ ਚਾਹੀਦਾ ਜੀ। ਨਾਲੇ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਉਹਦੇ 'ਤੇ ਪਾਬੰਦੀ ਪੈ ਜੇ ਵੀ ਤੁਸੀਂ ਬਈ ਇਹਨਾਂ ਨੂੰ ਅਰੈਸਟ ਕਰ ਲਿਆ, ਤੁਸੀਂ ਵਿਦਨ 90 ਦਿਨ ਦੇ ਵਿੱਚ ਚਲਾਨ ਦੇਣਾ ਹੈ। ਜੇ ਨਾ ਚਲਾਉਂਦੇ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ। ਜ਼ਮਾਨਤ ਹੋ ਜਾਂਦੀ ਉਹਨਾਂ ਦੇ ਜਿਹੜਾ ਰੌਲਾ ਪੈਂਦਾ ਹੈ ਵੀ 302 ਦੇ ਕੇਸ ਬੰਦਾ ਫੜਿਆ, ਤੁਸੀਂ ਚਲਾਨ ਕਿਉਂ ਨਹੀਂ ਕੀਤਾ ਹੈ? ਹੁਣ ਜੇ ਬਿਆਨ ਸਿੰਘ ਮਰਡਰ ਕੇਸ, ਇੰਦਰਾ ਗਾਂਧੀ ਵਰਗੇ ਮਰਡਰ ਕੇਸ, ਉਹ 3 ਮਹੀਨਿਆਂ ਦੇ ਵਿੱਚ ਇਨਵੈਸਟੀਗੇਸ਼ਨ ਹੋ ਕੇ ਤੇ ਉਹਨਾਂ ਦੇ ਬੰਦਿਆਂ ਦੀ ਜਿਹੜਾ ਟਰਾਇਲ ਸ਼ੁਰੂ ਹੋ ਗਿਆ ਸੀ, ਅਤੇ ਇੱਥੇ ਹੁਣ 7 ਸਾਲ 'ਚ ਨਾ ਤਾਂ ਨਾ ਕੋਈ ਬੰਦਾ ਫੜਦੇ ਨੇ, ਨਾ ਕੋਈ ਇਨਵੈਸਟੀਗੇਸ਼ਨ ਪ੍ਰੋਪਰ ਹੁੰਦੀ ਹੈ। ਜੇ ਕੰਵਰ ਵਿਜੇ ਕਿਰਪਾਲ ਸਿੰਘ ਨੇ ਜੇ ਇਨਵੈਸਟੀਗੇਸ਼ਨ ਕਰਕੇ ਆਪਣੀ ਜਿਹੜੀ ਹੈਗੀ ਰਿਪੋਰਟ ਦਿੱਤੀ ਹੈ, ਉਹਨੂੰ ਹਾਈ ਕੋਰਟ ਨੇ ਸੈਟੀਸਫਾਈਡ ਕਰ ਦਿੱਤਾ। ਹਾਈ ਕੋਰਟ 'ਚ ਐਲੀਗੇਸ਼ਨ ਆ ਰਹੇ ਨੇ ਉਹਨਾਂ ਨੇ ਵੀ ਦਰਅਸਲ ਕੇਸਾਂ ਦੀ ਪੈਰਵੀ ਠੀਕ ਨਹੀਂ ਕੀਤੀ। ਇਹਦਾ ਮਤਲਬ ਆ ਇਸੇ ਕਰਕੇ ਨਹੀਂ ਕੀਤੀ ਵੀ ਜਿਹੜੇ ਵੱਡੇ ਆਦਮੀ ਉਹਨਾਂ ਨੂੰ ਬਚਾ ਰਹੇ ਨੇ। ਇਸ ਕਰਕੇ ਵੀਰ ਜੀ ਆਉਣ ਵਾਲਾ ਸਮਾਂ ਵੀ ਦੱਸਦਾ ਹੈ, ਭਾਵੇਂ ਕੇਜਰੀਵਾਲ ਆ ਗਿਆ ਅਤੇ ਭਾਵੇਂ ਭਗਵੰਤ ਮਾਨ ਆ ਗਿਆ, ਇਹ ਵੀ ਇਹਨਾਂ ਕੇਸਾਂ ਦੇ ਵਿੱਚ ਬਹਿਬਲ ਕਲਾਨ ਹੋਵੇ ਚਾਹੇ ਕੋਟਕਪੂਰਾ, ਇਹ ਵੀ ਉਨੇ ਬੇਈਮਾਨ ਨੇ ਜਿੰਨੇ ਇਹਨਾਂ ਦੇ ਪਹਿਲੇ ਹੈਗੇ ਸੀ। ਭਾਵੇਂ ਉਹ ਕੈਪਟਨ ਸੀ ਅਤੇ ਭਾਵੇਂ ਚੰਨੀ ਸੀ ਅਤੇ ਭਾਵੇਂ ਜਿਹੜਾ ਸੀ ਬਾਦਲ ਪਰਿਵਾਰ ਸੀ। ਇਸ ਕਰਕੇ ਇਹਨਾਂ ਕੇਸਾਂ ਦੇ ਵਿੱਚੋਂ ਕੁਛ ਨਹੀਂ ਨਿਕਲਣਾ। ਇਹ ਲੋਕਾਂ ਦੇ ਘੱਟਾ ਪਾਉਂਦੇ ਨੇ। ਜੇ ਇਹਨਾਂ ਕੇਸਾਂ ਦੇ ਵਿੱਚੋਂ ਕੁਛ ਨਹੀਂ ਨਿਕਲਣਾ ਅਤੇ ਪੰਜਾਬ ਦੀ ਫਿਜ਼ਾ ਖਰਾਬ ਰਹੇਗੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ, ਸਿੱਖਾਂ ਨੂੰ ਕਿਸ ਤਰ੍ਹਾਂ ਸਿੱਖ ਜਿਹੜੇ ਨੇ ਇਸ ਗੱਲ ਨੂੰ ਮਾਨਤਾ ਦੇ ਦੇਣਗੇ। ਇਸ ਕਰਕੇ ਇਹ ਜਿਹੜਾ ਹੈ, ਬੇਸ਼ੱਕ ਆਪਣੇ ਆਪ ਨੂੰ ਇਸ ਮਹਿਸੂਸ ਕਰਦੇ ਨੇ ਵੀ ਅਸੀਂ ਰਾਜਨੀਤਿਕ ਤੌਰ 'ਤੇ ਲੋਕਾਂ ਨੂੰ ਮੂਰਖ ਬਣਾਇਆ, ਲੇਕਿਨ ਲੋਕਾਂ ਨੂੰ ਇਹਨਾਂ ਨੂੰ ਪਲਟ ਦੇਣਗੇ ਜਦੋਂ ਇਸ ਤਰ੍ਹਾਂ ਦੀਆਂ ਇਹ ਗੈਰ ਕਾਨੂੰਨੀ ਗੱਲਾਂ ਕਰਦੇ ਨੇ, ਗਲਤ ਗੱਲਾਂ ਕਰਦੇ ਨੇ। ਨਾਲੇ ਇੱਕ ਧਾਰਮਿਕ ਸਿਸਟਮ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜਿੱਥੇ ਜਿਹੜਾ ਸਰਬ ਸਾਂਝੀਵਾਲਤਾ ਦਾ ਜਿਹੜਾ ਹੈ ਪੈਗਾਮ ਮਿਲਦਾ ਹੈ, ਉਹਦੇ 'ਤੇ ਵੀ ਸਿਆਸਤ ਕਰਨੀ, ਉਹਦੇ 'ਤੇ ਵੀ ਵੋਟਾਂ ਮੰਗਣੀਆਂ, ਇਹ ਗੱਲ ਤਾਂ ਜਿਹੜੀ ਕਿਸ ਤਰ੍ਹਾਂ ਵੀ ਜਾਇਜ਼ ਨਹੀਂ। ਇਸ ਕਰਕੇ ਜੇ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਰ ਲਿਆ, ਇਹ ਵੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਦੁਬਾਰਾ ਵੀ ਇਹ ਧੋਖਾ ਹੋ ਰਿਹਾ ਸਿੱਖਾਂ ਨਾਲ, ਖਾਸ ਕਰਕੇ ਸਿੱਖ ਪੰਥ ਦੇ ਵਿੱਚ ਇਹ ਜਿਹੜੀ ਹੈ ਇਹ ਗੱਲ ਘਰ ਕੀ ਹੈ ਵੀ ਇਹਨਾਂ ਨੇ ਜਿਹੜੀ ਹੈਗੀ ਆ
ਠੀਕ ਇਨਵੈਸਟੀਗੇਸ਼ਨ ਤਫਤੀਸ਼ ਨਹੀਂ ਕਰਨੀ, ਨਾ ਇਹਨਾਂ ਨੂੰ ਕਿਸੇ ਬੰਨੇ ਲੱਗਣ ਦੇਣਾ ਕੇਸਾਂ ਨੂੰ ਜੀ। ਦਿਲਸ਼ੇਰ ਜੀ, ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਹੱਲ ਕਰ ਦੇਣਾ ਮਸਲੇ ਦਾ। ਭਗਵੰਤ ਮਾਨ ਕਹਿੰਦੇ ਸੀਗੇ ਕਿ ਕਮੇਟੀ ਦਾ ਕੰਮ ਹੁੰਦਾ ਕੰਮ ਮਿੱਟੀ ਕਰਨਾ, ਅਸੀਂ ਕਮੇਟੀ ਨਹੀਂ, ਅਸੀਂ ਐਕਸ਼ਨ ਕਰਾਂਗੇ। ਤੇ ਨਾਲ ਦੀ ਨਾਲ ਇਹ ਵੀ ਕਿਹਾ ਸੀਗਾ ਕਿ ਜਿਹੜੀਆਂ ਕਮੇਟੀਆਂ ਬਣੀਆਂ ਜਾਂ ਜਿਹੜੇ ਕਮਿਸ਼ਨ ਪਹਿਲਾਂ ਬਣੇ, ਉਹਨਾਂ ਦੀਆਂ ਜਾਂਚ ਰਿਪੋਰਟਾਂ ਸਾਡੇ ਕੋਲ ਹੈਗੀਆਂ, ਅਸੀਂ ਤਾਂ ਸਿਰਫ ਐਕਸ਼ਨ ਕਰਨਾ, 24 ਘੰਟੇ 'ਚ ਇਨਸਾਫ ਦੇ ਦੇਣਾ। ਭਾਈ ਸਾਹਿਬ, ਜਿੱਦਾਂ ਚਹਿਲ ਸਾਹਿਬ ਨੇ ਦੱਸਿਆ ਕਿ ਇਹ ਸਾਡਾ ਜਿਹੜਾ ਕ੍ਰਿਮੀਨਲ ਲਾ ਹੈਗਾ, ਉਹਦੀ ਇੱਕ ਸਾਦੀ ਜੀ ਗੱਲ ਹੈ। ਸਪੋਜ਼ ਅਸੀਂ ਇੱਥੇ ਬੈਠੇ ਹਾਂ, ਇਸ ਕਮਰੇ 'ਚ ਕੋਈ ਝਗੜਾ ਹੋ ਜਾਂਦਾ, ਕੋਈ ਕ੍ਰਾਈਮ ਹੋ ਜਾਂਦਾ, ਉਸੇ ਵੇਲੇ ਇਹ ਦੇਖਣਾ ਕਿ ਕਿਹੜਾ ਕ੍ਰਾਈਮ ਹੋ ਗਿਆ। ਜੇ ਮਰਡਰ ਹੋ ਗਿਆ, ਜਿਹੜਾ ਮਰਡਰ ਹੋਣ ਦੇ ਤੌਰ ਤੇ ਇਹਦੀ ਇਨਫੋਰਮੇਸ਼ਨ ਪੁਲਿਸ ਨੂੰ ਗਈ ਆ, ਨਾਲ ਦੀ ਨਾਲ FIR ਰਜਿਸਟਰ ਹੋਏਗੀ। ਇਨਵੈਸਟੀਗੇਸ਼ਨ ਜਿਹੜੀ ਕਰਕੇ ਜਿਹੜਾ ਮੁਲਜ਼ਮ ਹੋਏਗਾ ਉਹਨੂੰ ਅਰੈਸਟ ਕਰਕੇ ਉਹਦਾ ਟ੍ਰਾਇਲ ਕਰ ਦੇਣਗੇ, ਤੇ ਜੋ ਜਿਹੜਾ ਕੋਰਟ ਫੈਸਲਾ ਕਰੇਗੀ ਉਹਦਾ ਜਿਹੜਾ ਕੇਸ ਕਿਸੇ ਬਨੇ ਲੱਗਦਾ, ਨਿਬੜਦਾ। ਸੋ ਇਹ ਕੇਸ, ਇਹਦੇ 'ਚ ਕੀ ਇੱਦਾਂ ਦੀ ਉਲਝਣ ਪਾਈ ਇਹਨਾਂ ਨੇ। ਇੱਕ ਤੇ ਸਭ ਤੋਂ ਪਹਿਲਾਂ ਜਿਹੜੀ ਹੈਰਾਨੀ ਦੀ ਗੱਲ ਆ ਕਿ ਅਣਪਛਾਤੀ ਪੁਲਿਸ ਦੱਸਦੇ ਰਹੇ ਨੇ। ਜਿਹੜੇ ਮੁਲਾਜ਼ਮਾਂ ਦੀ ਡਿਊਟੀ ਲੱਗਦੀ, ਉਹਨਾਂ ਦੀ ਲਿਸਟ ਬਣਦੀ ਆ, ਕਿਹੜਾ ਮੁਲਾਜ਼ਮ ਕਿੱਥੋਂ ਆਇਆ, ਕਿੱਥੇ ਕਿਹੜੀ ਡਿਊਟੀ ਵਾਸਤੇ ਲਾਇਆ ਸੀ। ਇਹ ਕਿੱਦਾਂ ਇਹਨਾਂ ਨੇ ਇਹ ਕਰਤਾ, ਸਿਰਫ ਇਸੇ ਕਰਕੇ ਇਹ ਗੱਲਾਂ ਕੀਤੀਆਂ ਨੇ ਕਿ ਕੇਸ ਨੂੰ ਖਰਾਬ ਕਰਨਾ ਸੀ। ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜਿਹਨੂੰ ਅਸੀਂ ਕਹਿੰਦੇ ਆ, ਜਿਹੜੀ ਪੁਲਿਸ ਕਰਦੀ ਆ, ਉਹ ਇਹਨਾਂ ਨੇ ਬਿਲਕੁਲ ਬੋਗਸ ਕਰਤੀ, ਬਿਲਕੁਲ ਝੂਠੀ ਹੋ ਗਈ। ਦੋ ਤਿੰਨ ਤਰ੍ਹਾਂ ਦੀ ਉੱਥੇ ਸਟੋਰੀ ਇਹਨਾਂ ਨੇ ਕੱਢਤੀ ਵੀ ਇਦਾਂ ਹੋਇਆ। ਕੋਈ ਕਹਿੰਦਾ ਹੈ ਕਿ ਪੁਲਿਸ ਨੇ ਆਪ ਫਾਇਰਿੰਗ ਕੀਤੀ ਆ, ਕੁਛ ਸਟੋਰੀ ਪ੍ਰੋਸੀਕਿਊਸ਼ਨ ਇਹ ਆਉਂਦੀ ਆ ਕਿ ਜਿਹੜੀ ਸੰਗਤ ਦੇ ਵਿੱਚ ਕੁਛ ਬੰਦਿਆਂ ਨੇ ਪੁਲਿਸ ਕੋਲ ਜਿਹੜੀਆਂ ਅਸਲਾ ਖੋ ਕੇ, ਵੈਪਨਸ ਖੋ ਕੇ ਜਿਹੜੀ ਫਾਇਰ ਕਰਤੀ। ਇਹ 2-3 ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਇਹਨਾਂ ਨੇ ਜਿਹੜੀ ਪ੍ਰੋਸੀਕਿਊਸ਼ਨ ਸਟੋਰੀ ਦਾ ਲੱਕ ਤੋੜਤਾ। ਆਇਆ ਕੋਈ ਇਦਾਂ ਦਾ ਕੇਸ ਸਾਨੂੰ ਦੱਸ ਦਿਓ ਕਿ ਜਿਹਦੀ ਇੰਨਾ ਚਿਰ 7 ਸਾਲ ਇਨਵੈਸਟੀਗੇਸ਼ਨ ਚੱਲਦੀ ਹੋਵੇ, ਤੇ ਜੇ ਇਦਾਂ ਦਾ ਓਫੈਂਸ ਹੋਵੇ ਜਿੱਥੇ ਮਰਡਰ ਟ੍ਰਾਇਲ ਆ, 302 ਦਾ ਮੁਕੱਦਮਾ ਦਰਜ ਹੋਣਾ, ਉਹਦੇ 'ਚ ਤੁਸੀਂ ਸਿੰਪਲ ਨੋਟਿਸ ਕਰਦੇ ਹੋ। ਜਿਹਦੇ ਤੇ ਸ਼ੱਕ ਹੁੰਦਾ, ਆਮ ਬੰਦੇ ਨੂੰ ਤੁਸੀਂ ਇੱਕਦਮ ਅਰੈਸਟ ਕਰ ਲੈਂਦੇ ਹੋ, ਜਿਹਦੇ 'ਚ ਜ਼ਮਾਨਤ ਵੀ ਮਿਲ ਜਾਂਦੀ ਆ, ਉਸ ਓਫੈਂਸ 'ਚ ਵੀ ਤੁਸੀਂ ਇੱਕਦਮ ਅਰੈਸਟ ਕਰਦੇ ਹੋ। ਇਹਦੇ ਹੁਣ ਇਹਨਾਂ ਸੁਖਬੀਰ ਬਾਦਲ ਕਿਉਂ ਡਰਦੇ ਨੇ, ਕਿਉਂ ਨਹੀਂ ਭੇਜਦੇ DGP ਨੂੰ? ਇਹਨੂੰ ਨੋਟਿਸ ਭੇਜਣ ਦੀ ਕੀ ਲੋੜ, ਇਹਨੂੰ ਘਰੋਂ ਜਾ ਕੇ ਚੁੱਕ ਲਿਓ। ਜਿੱਦਾਂ ਚਹਿਲ ਸਾਹਿਬ ਨੇ ਦੱਸਿਆ, ਕਸਟੋਡੀਅਲ ਇੰਟਰੋਗੇਸ਼ਨ ਦੀ ਜਿਹੜੀ ਉਹਦੀ ਮਾਨਤਾ ਅੱਛੀ ਆ। ਸੁਪਰੀਮ ਕੋਰਟ ਵੀ ਕਹਿੰਦਾ ਕਿ ਜਿਹੜੀ ਕਸਟਡੀ ਦੇ ਵਿੱਚ ਜਿਹੜੀ ਇੰਟਰੋਗੇਸ਼ਨ ਕੀਤੀ ਜਾਏਗੀ, ਉਹਦੇ 'ਚੋਂ ਕੁਛ ਨਾ ਕੁਛ ਟਰੂ ਫੈਕਟਸ ਆਉਣਗੇ। ਇੱਕ ਤਾਂ ਇਹ ਵੀ ਚੀਜ਼ ਕਹੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਤਾਂ ਉਸ ਵੇਲੇ ਸੂਬੇ ਦੇ ਵਿੱਚ ਨਹੀਂ ਸੀਗੇ, ਪ੍ਰਕਾਸ਼ ਸਿੰਘ ਬਾਦਲ ਸੀ। ਅੱਧੀ ਰਾਤ ਨੂੰ ਜਿਹੜੀਆਂ ਗੱਲਾਂ ਵੀ ਹੋਈਆਂ, ਉਹ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈਆਂ। ਤਾਂ ਲੱਗਦਾ ਨਹੀਂ ਕਿ ਇਹ ਜਾਂਚ ਕਿਸ ਤਰੀਕੇ ਨਾਲ ਅੱਗੇ ਵਧੇਗੀ। ਇਸ ਨੂੰ ਲੈ ਕੇ ਬੜੇ ਲੰਮੇ ਸਮੇਂ ਤੋਂ ਤੋਖਲੇ ਰਹੇ ਨੇ, ਬਹੁਤ ਵੱਡੇ ਸਵਾਲ ਰਹੇ ਨੇ, ਕਿੰਤੂ ਪਰੰਤੂ ਰਹੇ ਨੇ ਕਿ ਆਖਰਕਾਰ ਹੁਕਮ ਦਿੱਤੇ ਕਿਹਨੇ ਸੀ। ਇਹਨੂੰ ਲੈ ਕੇ ਬੜੀ ਚਰਚਾ ਰਹੀ ਆ। ਹਾਲੇ ਤੱਕ ਕੋਈ ਇਸੇ ਨਿਸ਼ਕਸ਼ ਤੇ ਜਾਂ ਇਸੇ ਨਤੀਜੇ ਤੇ ਨਹੀਂ ਪਹੁੰਚਿਆ ਵੀ ਜਾਂ ਹੁਕਮ ਕਿਹਨੇ ਦਿੱਤੇ ਸੀ, ਗੋਲੀ ਚਲਾਉਣ ਦੇ ਆਰਡਰ ਕਿਹਨੇ ਦਿੱਤੇ ਸੀ। ਜਦੋਂ ਸਾਰੀਆਂ ਰਿਪੋਰਟਾਂ ਵੀ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਕਹਿੰਦੇ ਗੱਲਬਾਤ ਹੋਈ ਸੀਗੀ, ਤਾਂ ਮੌਕੇ ਦਾ ਜਿਹੜਾ ਅਧਿਕਾਰੀ ਹੁੰਦਾ ਉਹ ਫੈਸਲਾ ਲੈਂਦਾ ਹੁੰਦਾ। ਤਾਂ ਲੱਗਦਾ ਕਿ ਇਸ ਮਾਮਲੇ ਨੂੰ ਉਲਝਾਉਣ ਦੀ ਜ਼ਿਆਦਾ ਕੋਸ਼ਿਸ਼ ਹੋਈ ਆ, ਹੱਲ ਵੱਲ ਲਿਜਾਣ ਦੀ ਕੋਸ਼ਿਸ਼ ਹਾਲੇ ਤੱਕ ਨਹੀਂ ਹੋਈ। ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ ਕਿ ਇਹ ਜਿਹੜੀਆਂ ਤੁਹਾਨੂੰ ਦੱਸ ਰਿਹਾ ਕਿ ਡਿਫਰੈਂਟ ਸਟੋਰੀਜ਼ ਆਉਣੀਆਂ, ਫਿਰ ਇਹ ਕਹਿਣਾ ਕਿ ਸੁਖਬੀਰ ਬਾਦਲ ਨਹੀਂ ਸੀ, ਇੰਸਟਰਕਸ਼ਨ ਬਾਦਲ ਕੋਲੋਂ ਮਿਲੀ ਜਾਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮਿਲੀ ਜਾਂ ਸੁਮੇਧ ਸਿੰਘ ਸੈਣੀ ਨਾਲ ਕੰਟੈਕਟ ਹੋਇਆ, ਉਹ ਸਾਰੀਆਂ ਗੱਲਾਂ ਕਿੱਥੇ ਨੇ। ਆਇਆ ਜਿਹੜਾ ਵਿਜੇ ਕੁਬਰ ਪ੍ਰਤਾਪ ਸਾਹਿਬ ਨੇ ਜਿਹੜਾ ਚਲਾਨ ਤਿਆਰ ਕੀਤਾ, ਉਹਦੀਆਂ 5 ਜਾਂ 6 ਰਿਪੋਰਟਾਂ ਦੇ ਵਿੱਚ ਉਹਨਾਂ ਦੇ ਦਸਤਖਤ ਸੀ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਨਹੀਂ ਦਸਤਖਤ ਕਰਨ ਦਿੱਤੇ, ਆਇਆ ਉਹਨਾਂ ਤੇ ਰਿਲਾਈ ਕਰ ਲੈਣ। ਇਹ ਤੇ ਹੁਣ ਉਹਨਾਂ ਦੇ ਹੀ MLA ਆ। ਉਹ ਰਿਪੋਰਟਸ ਤੇ ਜਿੱਥੋਂ ਮਰਜ਼ੀ ਕੋਰਟਸ 'ਚ ਪਈਆਂ, ਰੈਡੀਲੀ ਅਵੇਲੇਬਲ ਆ। ਉਹਦੇ 'ਚ ਫਿਗਰ ਕਰਦੇ ਨੇ, ਇਹਦਾ ਬਾਦਲ ਦਾ ਨਾਮ ਆਉਂਦਾ, ਪ੍ਰਕਾਸ਼ ਬਾਦਲ ਦਾ ਆਉਂਦਾ, ਇਹਦਾ ਸੁਮੇਧ ਸਿੰਘ ਸੈਣੀ ਦਾ ਨਾਮ ਆਉਂਦਾ। ਜੇ ਉਹਨੂੰ ਰਿਲਾਈ ਕਰਨਾ ਤੇ ਇੱਕਦਮ ਅਰੈਸਟ ਹੋ ਸਕਦੀ ਆ। ਤਾਂ ਲੱਗਦਾ ਨਹੀਂ ਕਿ ਮਨਸ਼ਾ ਕੀ ਲੱਗਦੀ ਹੈ ਇਸ ਵੇਲੇ? ਭਗਵੰਤ ਮਾਨ ਸਰਕਾਰ ਵੀ ਤਾਂ ਇਹੀ ਕਹਿੰਦੀ ਸੀ ਕਿ ਅਸੀਂ ਪਹਿਲ ਦੇ ਆਧਾਰ ਤੇ ਬੇਅਦਬੀ ਦੇ ਮਸਲੇ ਦਾ ਹੱਲ ਕਰਾਂਗੇ। ਮਨਸ਼ਾ ਕੀ ਲੱਗਦੀ ਹੈ ਕਿ ਇਹਦੇ ਵਿੱਚੋਂ ਵੀ ਸਿਆਸੀ ਲਾਹਾ ਲੱਭਿਆ ਜਾ ਰਿਹਾ? ਭਾਈ ਸਾਹਿਬ, ਮਨਸ਼ਾ ਆਪਾਂ ਇਸ ਗੱਲ ਤੋਂ ਕਲੀਅਰ ਕਰ ਦਿੰਦੇ। ਇਹਨਾਂ ਦੀ ਮਨਸ਼ਾ ਇਸ ਵੇਲੇ ਤੇ ਜਿਹੜਾ ਸਭ ਤੋਂ ਲੌਜੀਕਲੀ ਗੱਲ ਇਹ ਹੋਏਗੀ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 2 ਮਿੰਟ ਦਾ ਕੰਮ ਹੈ ਕੇਜਰੀਵਾਲ ਸਰਕਾਰ ਲਈ। ਸਿਰਫ ਸਾਈਨ ਕਰਨੇ ਨੇ, ਕਿਉਂਕਿ ਨੋਟੀਫਿਕੇਸ਼ਨ 2019 ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਕੀਤਾ। ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਇਹਨੂੰ ਜਿਹੜਾ ਛੱਡ ਦਿਓ। ਇਹ ਉਸ ਗੱਲ ਨੂੰ 2019 ਤੋਂ ਲੈ ਕੇ 2022 ਆ ਗਿਆ। ਉਸ ਇੱਕ ਦਸਤਖਤ ਤੇ ਜਿਹੜਾ ਦਸਤਖਤ ਨਹੀਂ ਕਰਨਾ ਚਾਹੁੰਦਾ, ਉਹਨੂੰ ਛੱਡਣਾ ਨਹੀਂ ਚਾਹੁੰਦਾ। ਔਰ ਸਾਰੇ ਪੰਜਾਬ ਦੇ ਵਿੱਚ ਇੱਕੋ ਹੀ ਆਵਾਜ਼ ਹੈ ਕਿ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ। ਜੇ ਇਹ ਛੋਟਾ ਜਿਹਾ ਕੰਮ ਨਹੀਂ ਕਰ ਸਕਦਾ ਜਿਹੜਾ ਇਹਦੇ ਹੱਥ 'ਚ ਹੀ ਹੈਗਾ, ਤੇ ਇਹਦੀ ਮਨਸ਼ਾ ਤੇ ਇੱਥੋਂ ਜ਼ਾਹਰ ਹੁੰਦੀ ਆ ਕਿ ਇਹ ਐਂਟੀ ਸਿੱਖ ਆ, ਇਹ ਸਿੱਖਾਂ ਨੂੰ ਕੋਈ ਰਿਲੀਫ ਦੇਣਾ ਹੀ ਨਹੀਂ ਚਾਹੁੰਦਾ। ਆਇਆ ਇਹ ਜੇ ਇਸ ਕੇਸ ਦੀ ਆਪਾਂ ਗੱਲ ਕਰਦੇ ਹਾਂ, ਕੋਈ ਇੱਦਾਂ ਦਾ ਮੁਲਕ ਦੱਸ ਦੋਗੇ ਵੀ ਜਿੱਥੇ ਕ੍ਰਾਈਮ ਹੋਏ ਹੋਣ, ਬੰਦੇ ਮਰੇ ਹੋਣ ਪੁਲਿਸ ਵੱਲੋਂ,
ਤੇ ਉਥੇ ਧਰਨੇ ਮੁਜ਼ਾਹਰੇ ਤੇ ਮੋਰਚੇ ਲੱਗੇ ਹੋਣ ਸਜ਼ਾ ਕਰਵਾਉਣ ਲਈ, ਔਰ ਫਿਰ ਵੀ ਇਨਸਾਫ ਨਹੀਂ ਮਿਲਦਾ ਹੋਵੇ। ਸੋ ਇਹ ਸਾਰੀ ਜਿਹੜੀ ਸਟ੍ਰੈਟਜੀ ਆ ਇਹਨਾਂ ਦੀ, ਇਹ ਜਿਹੜਾ ਵਾ ਬਾਕੀਆਂ ਜਿਹੜੀਆਂ ਸਰਕਾਰਾਂ ਪਹਿਲਾਂ ਐਸਟੈਬਲਿਸ਼ ਸੀ ਉਹਨਾਂ ਤੋਂ ਵੀ ਮਾੜੇ ਨਿਕਲ ਰਹੇ ਨੇ। ਇਹ ਜਿਹੜਾ ਐਸੇ ਸਿਸਟਮ ਜੇ ਸਾਨੂੰ ਸਿੱਖਾਂ ਨੂੰ ਲੈ ਕੇ ਜਾ ਰਹੇ ਨੇ ਜਿੱਥੋਂ ਸ਼ਾਇਦ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਏਗਾ। ਜੈਨ ਸਾਹਿਬ, ਇੱਕ ਬੜੀ ਅਹਿਮ ਚੀਜ਼, ਤੁਹਾਡਾ ਲੰਮਾ ਤਜਰਬਾ ਰਿਹਾ ਹੈਗਾ, ਤੁਸੀਂ ਕਿਉਂਕਿ ਕੇਸ ਦਾ ਪਤਾ ਲੱਗ ਜਾਂਦਾ ਹੈਗਾ ਕੇਸ ਕਿੱਧਰਲੇ ਪਾਸੇ ਨੂੰ ਜਾ ਰਿਹਾ, ਤੁਸੀਂ ਸਾਫ਼ ਤੌਰ ਤੇ ਸ਼ੰਕਾ ਜ਼ਾਹਿਰ ਕੀਤਾ ਹੈਗਾ ਕਿ ਕੇਸ ਨੂੰ ਬੰਨੇ ਕੰਢੇ ਲਾਉਣ ਦੀ ਗੱਲ ਨਹੀਂ ਹੋ ਰਹੀ। ਤੁਹਾਡੇ ਹਿਸਾਬ ਦੇ ਨਾਲ ਇਸ ਕੇਸ ਦੇ ਵਿੱਚ ਜੇ ਅਸੀਂ ਬੰਨੇ ਕੰਢੇ ਲਾਉਣਾ ਹੋਵੇ, ਸਿੱਧੇ ਤੌਰ ਤੇ ਹੋਣਾ ਕੀ ਚਾਹੀਦਾ ਇਸ ਵਿੱਚ? ਦੇਖੋ, ਜਿਸ ਵੀ ਕੇਸ ਨੂੰ ਇਨਵੈਸਟੀਗੇਸ਼ਨ ਪ੍ਰੋਪਰਲੀ ਕਰਨੀ ਚਾਹਵੇ, ਪੁਲਿਸ ਕੋਲ ਏਡੀ ਵੱਡੀ ਪਾਵਰ ਨੇ, ਏਡੇ ਵੱਡੇ ਉਹਨਾਂ ਕੋਲ ਸੋਰਸਿਸ ਨੇ, ਉਹਨਾਂ ਕੋਲ ਇਸ ਵੇਲੇ ਨਵੀਂ ਟੈਕਨੀਕ ਨਾਲ ਜਿਹੜਾ ਹੈ ਕ੍ਰਾਈਮ ਨੂੰ ਲੱਭਣਾ ਜਿਹੜਾ ਹੈ ਔਖੀ ਗੱਲ ਨਹੀਂ ਹੈਗੀ। ਜੇ ਉਹ ਇਸ ਗੱਲ ਦੇ ਵਿੱਚ ਠੀਕ ਕਦਮ ਪੁੱਟਣ ਤੇ ਕੋਈ ਝਗੜਾ ਨਹੀਂ ਹੈਗਾ। ਹੁਣ ਇਹਦੇ 'ਚ ਦੋ ਰਾਇਆਂ ਕਾਹਦੀਆਂ ਹੈਗੀਆਂ ਨੇ? ਬਹਿਬਲ ਕਾਂ ਗੋਲੀ ਚੱਲੀ ਹੈ, ਬੰਦੇ ਮਰੇ ਨੇ, ਚੋਟਾਂ ਲੱਗੀਆਂ ਨੇ। ਜੇ ਬਾਦਲ ਨੇ ਨਹੀਂ ਕਿਹਾ, ਸੁਖਬੀਰ ਬਾਦਲ ਨੇ ਨਹੀਂ ਕਿਹਾ, ਸੁਮੇਧ ਸਿੰਘ ਸੈਣੀ ਨਹੀਂ ਕਿਹਾ, ਤੇ ਜਿਨ੍ਹਾਂ ਗੋਲੀ ਚਲਾਈ ਉਹ ਕਿਹੜੇ ਅਸਮਾਨ ਤੇ ਚਲੇ ਗਏ ਨੇ? ਉਹ ਤਾਂ ਉੱਥੇ ਤੁਰੇ ਫਿਰਦੇ ਨੇ। ਹੋਰ ਛੱਡ ਦੇਣ ਉਹਨਾਂ ਨੂੰ, ਅੱਜ ਤੱਕ ਅਰੈਸਟ ਕਰਕੇ 302 ਦਾ ਪਰਚਾ ਦੇ ਕੇ ਤੇ ਉਹ ਅੰਦਰ ਹੋਏ ਹੁੰਦੇ ਤੇ ਖਤਮ ਹੋ ਜਾਂਦਾ। ਬਾਕੀ ਦੇ ਨਹੀਂ ਸੀ ਹੈਗੇ, ਨਾ ਹੋਣ। ਲੇਕਿਨ ਜਿਨ੍ਹਾਂ ਨੇ ਗੋਲੀ ਚਲਾਈ ਹੈ, ਸਾਕਸ਼ਾਤ ਚਲਾਈ ਹੈ, ਬਗੈਰ ਕਿਸੇ ਕਾਰਨ ਤੋਂ ਚਲਾਈ ਹੈ, ਐਗਜ਼ੈਕਟਿਵ ਮੈਜਿਸਟਰੇਟ ਦੇ ਹੁਕਮ ਤੋਂ ਬਗੈਰ ਚਲਾਈ ਹੈ, ਉਹਨਾਂ ਨੂੰ ਟਰਾਇਲ ਨਹੀਂ ਕਰ ਰਹੇ। ਤੇ ਫਿਰ ਇਹਦੇ 'ਚ ਹੁਣ ਆਪਾਂ ਇਮਾਨਦਾਰੀ ਕਿਹਦੀ ਲਈਏ? ਇਸ ਕਰਕੇ ਵੀਰ ਜੀ, ਇਹ ਜਿਹੜਾ ਮੈਂ ਤੁਹਾਨੂੰ ਜਿਹੜੀ ਬੇਨਤੀ ਕਰ ਰਿਹਾ, ਇਹ ਕਿਸੇ ਪਤਨ ਤੇ ਨਹੀਂ ਲੱਗਣ ਦੇਣਾ। ਇੱਕ ਗੱਲ ਸਾਨੂੰ ਇਸ ਗੱਲ ਦਾ ਚੇਤਾ ਰੱਖਣਾ ਚਾਹੀਦਾ ਵੀ ਕੇਜਰੀਵਾਲ ਹੋਵੇ ਚਾਹੇ ਭਗਵੰਤ ਸਿੰਘ ਮਾਨ ਹੋਵੇ, ਇਹਨਾਂ ਦਾ ਇਹ ਏਜੰਡਾ ਹੀ ਨਹੀਂ ਸੀ, ਜਾਂ ਇਹ ਇਲੈਕਸ਼ਨ 'ਚ ਇਹਨਾਂ ਦਾ ਇਹ ਏਮ ਹੀ ਨਹੀਂ ਸੀ। ਇਲੈਕਸ਼ਨ 'ਚ ਲੋਕਾਂ ਦੇ ਕੋਲ ਇਹਨਾਂ ਨੇ ਗੱਲ ਹੀ ਨਹੀਂ ਸੀ ਕੀਤੀ, ਨਾ ਕਰਨ ਦੀ ਲੋੜ ਸਮਝੀਏ ਵੀ ਪੰਜਾਬ ਦੇ ਵਿੱਚ ਵਿਅਕਤੀ ਕਾਂਡ ਜਿਹੜੇ ਆ ਉਹਨਾਂ ਦੀ ਸਾਡੀ ਜ਼ਿੰਮੇਵਾਰੀ ਬਣਦੀ। ਇਹ ਤੇ ਭੁੱਲਰ ਦੀ ਜਿਹੜੀ ਰਿਹਾਈ ਕਰਨ ਦੀ ਗੱਲ ਕਰੀਏ, ਸਿੱਖਾਂ ਦੀ ਵੀ ਰਿਹਾਈ ਕਰ ਰਹੇ, ਉੱਥੋਂ ਦੌੜਦੇ ਰਹੇ ਨੇ। ਇਸ ਕਰਕੇ ਇਹ ਪੰਜਾਬ ਦੀ ਕਿਸੇ, ਇਹਨਾਂ ਨੂੰ ਤੇ ਛੱਡ ਦਈਏ, ਪੰਜਾਬ ਦੀ ਕਿਸੇ ਵੀ ਜਿਹੜੀ ਆ ਮੁਸ਼ਕਿਲ ਹੈ ਉਹਦੇ 'ਚ ਇਹਨਾਂ ਦਾ ਕੋਈ ਕੰਸਰਨ ਨਹੀਂ। ਇਹਨਾਂ ਦਾ ਇੱਕੋ ਹੀ ਕੰਸਰਨ ਹੈ ਵੀ 92 MLA ਆਪਾਂ ਜਿੱਤ ਲਏ, ਹੁਣ ਆਪਾਂ 5 ਸਾਲ ਰਾਜ ਕਰਨਾ ਹੈ। ਤੇ ਜਿਹੜਾ ਰਾਜ ਜਿਸ ਤਰ੍ਹਾਂ ਹੋ ਰਿਹਾ ਦੀਦਾ ਹੀ ਹੈ ਵੀ ਜਿਹੜੀ ਗੱਲ ਹੈ, ਜਿਹੜੀਆਂ ਪੰਜਾਬ ਦੀਆਂ ਪ੍ਰੋਬਲਮ ਨੇ ਉਹ ਹੱਲ ਕਰਨ ਲਈ ਇਹ ਨਹੀਂ ਕਦਮ ਪੁੱਟ ਰਹੇ। ਜਿਸ ਤਰ੍ਹਾਂ ਇਹ ਚਿੱਟੇ ਦੀ ਗੱਲ ਕਰੀਏ ਜਾਂ ਡਰੱਗ ਦੀ ਗੱਲ ਕਰ ਲਈਏ, ਡਰੱਗ ਦੇ ਮਾਮਲੇ ਦੇ ਵਿੱਚ ਜੇ ਇਹਨੂੰ ਜਿਹੜਾ ਹੈ ਇਹਨੂੰ ਮਜੀਠੀਏ ਨੂੰ ਅਰੈਸਟ ਕੀਤਾ ਹੈ, ਉਹਦੀ ਕਿਉਂ ਜ਼ਮਾਨਤ ਹੋ ਗਈ? ਦੱਸਣ। ਕਿਤੇ ਨਾਰਮਲ ਵੇ ਤੇ ਸਧਾਰਨ ਆਦਮੀ ਫੜਿਆ ਜਾਂਦਾ, ਉਹਦੇ ਕੋਲ ਕਿਤੇ 200 ਕੀ 400 ਗ੍ਰਾਮ ਕਿਤੇ ਇਹ ਹੈਰੋਇਨ ਮਿਲ ਜਾਂਦੀ ਆ, ਨਾ ਉਹਦੀ ਜ਼ਮਾਨਤ ਹੁੰਦੀ ਏ। 10 ਸਾਲਾਂ ਤੋਂ ਘੱਟ ਉਹਨੂੰ ਕੈਦ ਨਹੀਂ ਹੁੰਦੀ, 1 ਲੱਖ ਰੁਪਇਆ ਜੁਰਮਾਨਾ ਹੁੰਦਾ। ਤੇ ਇਹਨੇ ਸਾਰੇ ਪੰਜਾਬ ਦੇ ਵਿੱਚ ਪਤਾ ਨਹੀਂ ਕੁਇੰਟਲਾਂ ਦੇ ਕੁਇੰਟਲ ਵੇਚ ਦਿੱਤੇ ਨੇ। ਸਾਰੇ ਦਾ ਸਾਰਾ ਹੀ ਜਿਹੜਾ ਪੰਜਾਬ ਦੇ ਵਿੱਚ ਬੇੜਾ ਗਰਕ ਕਰਨ ਦੀ ਗੱਲ ਆਉਂਦੀ ਏ, ਇਹਦੇ ਸਿਰ ਜਾਂਦੀ ਹੈ। ਤੇ ਇਹ ਵੀ ਮਤਲਬ ਜੇ ਉਹਦੇ 'ਤੇ ਇੱਕ ਕੇਸ ਕਿਉਂ ਬਣਦਾ? ਉਹਦੇ 'ਤੇ ਤਾਂ ਮੇਰੇ ਖਿਆਲ ਇੰਨੇ ਕੇਸ ਬਣਨੇ ਚਾਹੀਦੇ ਸੀ ਵੀ ਉਹਨੂੰ ਹੋਸ਼ ਨਾ ਆਉਂਦੀ। ਇਸ ਕਰਕੇ ਇਹ ਪੋਲੀਟੀਕਲੀ ਇਹ ਕੁਛ ਨਹੀਂ ਕਰਨਾ ਚਾਹੁੰਦੇ, ਨਾ ਇਹਨਾਂ ਦੀ ਕਰਨ ਦੀ ਮਨਸ਼ਾ ਹੈ। ਇਹਨਾਂ ਦੀ ਆਪਣੀ ਪਰਫਾਰਮੈਂਸ ਤਾਂ ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦੀ ਹੈ ਵੀ ਅਜੇ ਵੀ ਸਾਨੂੰ ਜੇਲ੍ਹਾਂ ਦੇ ਵਿੱਚੋਂ ਇਹ ਗੱਲ ਜਿਹੜੀ ਹੈ ਪ੍ਰਤੱਖ ਤੌਰ 'ਤੇ ਆ ਰਹੀ ਹੈ ਵੀ ਜੇਲ੍ਹਾਂ ਦੇ ਵਿੱਚ 55 ਤੋਂ ਲੈ ਕੇ 60% ਜਿਹੜੇ ਇਨਮੇਟਸ ਨੇ, ਕੈਦੀ ਨੇ, ਉਹ ਡਰੱਗ ਲੈਂਦੇ ਨੇ। ਉਹ ਕਿਸ ਤਰ੍ਹਾਂ ਚਲੇ ਜਾਂਦੀ ਹੈ ਜੀ? ਮਤਲਬ ਇਹਨਾਂ ਦੀ ਏਡੀ ਵੱਡੀ ਨਕਮਾਪਨ ਹੈ ਵੀ ਇਹਨਾਂ ਦੀ ਜੇਲ੍ਹ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉੱਥੇ ਇਹਨਾਂ ਦੀ ਡਰੱਗ ਜਾਂਦੀ ਹੈ। ਇਹ ਆਪ ਵੇਚਦੇ, ਕੌਣ ਵੇਚਦਾ? ਪੁਲਿਸ ਵਾਲਿਆਂ ਦੇ ਰਾਹੀਂ ਜਾਂਦੀ ਹੈ, ਜੇਲ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਜ਼ਬਾਜ਼ ਨਹੀਂ ਜਾਂਦੀ ਹੈ। ਸੋ ਇਹਨਾਂ ਨੇ ਪੰਜਾਬ ਦੀ ਕੋਈ ਮੁਸ਼ਕਿਲ ਹੱਲ ਨਹੀਂ ਕਰਨੀ। ਇਹ ਕਰਨੀ ਇਸ ਕਰਕੇ ਵੀ ਨਹੀਂ ਚਾਹੁੰਦੇ ਵੀ ਇਹਨਾਂ ਕੋਲ ਸਮਰੱਥਾ ਵੀ ਨਹੀਂ ਹੈਗੀ। ਹੁਣ ਇਸ ਤਰ੍ਹਾਂ ਦਾ ਪਹਿਲੇ ਨਿਜ਼ਾਮ ਕਦੀ ਵੀ ਨਹੀਂ ਸੀ ਆਇਆ ਪੰਜਾਬ ਦੇ ਵਿੱਚ ਵੀ ਪੰਜਾਬ ਦੀ ਵਾਗਡੋਰ ਜਿਹੜੀ ਹੈ, ਇੱਕ ਉਹ ਆਦਮੀ ਬੈਠਾ ਹੋਵੇ ਜਿਹੜਾ ਪਾਰਟੀ ਪੋਲੀਟਿਕਸ ਦੇ ਵਿੱਚ ਜਿਹੜਾ ਹੈ ਪ੍ਰਧਾਨ ਹੋਏ ਜਾਂ ਕਨਵੀਨਰ ਹੋਵੇ, ਚਾਹੇ ਉਹਦਾ ਇੱਕ ਹੋਰ ਡਿਪਟੀ ਜਿਹੜਾ ਹੈ ਚੱਡੇ ਦੇ ਨਾਂ ਦਾ ਹੋਵੇ, ਹਾਂਜੀ, ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਪ੍ਰਾਈਮ ਮਿਨਿਸਟਰ ਹੋਵੇ, ਜਿਹੜਾ ਚੀਫ ਮਿਨਿਸਟਰ ਹੈਗਾ। ਹੁਣ ਮਾਨ ਦੀ ਜਿਹੜੀ ਲਗਾਮ ਆ ਉਹ ਤੇ ਨਾ ਕੇਜਰੀਵਾਲ ਚੱਲਣ ਦਿੰਦਾ ਹੈ, ਨਾ ਚੱਡਾ ਚੱਲਣ ਦਿੰਦਾ ਹੈ। ਜੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਬੰਦੇ ਰੱਖਣੇ ਆ ਤੇ ਉਹਦੀ ਲਿਸਟ ਜਿਹੜੀ ਪਹਿਲੇ ਚੱਡਾ ਭੇਜ ਦਿੰਦਾ ਵੀ ਇੰਨੇ ਮੇਰੇ ਤੁਸੀਂ 70-80 ਆਦਮੀ ਰੱਖੋ। ਉਹਦਾ ਕਿਆ ਕੰਸਰਨ ਹੈ?
ਨਾ ਉਹ ਪੰਜਾਬ ਦੇ ਪੋਲਿਟਿਕਸ 'ਚ ਕਿੱਦਾਂ ਫਿਗਰ ਕਰਦਾ ਹੈ। ਤੇ ਕੇਜਰੀਵਾਲ ਜਦੋਂ ਆਪਣਾ ਦਿੱਲੀ ਦੇ ਵਿੱਚ ਜੋ ਉੱਥੇ ਉਹ ਕਰ ਸਕਦਾ ਕਰੇ, ਪੰਜਾਬ ਦਾ ਇੰਡੀਪੈਂਡੈਂਟ ਸਿਸਟਮ ਕਿਉਂ ਨਹੀਂ ਚੱਲਣ ਦਿੰਦੇ? ਤੇ ਜੇ ਭਗਵੰਤ ਮਾਨ ਇਹਨਾਂ ਕੋ ਜਾਨ ਨਹੀਂ ਛੁਡਾ ਸਕਦਾ, ਉਸ ਤੋਂ ਅੱਗੇ ਗਵਰਨਮੈਂਟ ਆਫ ਇੰਡੀਆ ਹੈ। ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹਨੂੰ ਬਿਲਕੁਲ ਨਹੀਂ ਚੱਲਣ ਦਿੰਦੀ। ਉਹ ਗੱਲ ਪੰਜਾਬ ਦੀ ਕਰ ਹੀ ਨਹੀਂ ਸਕਦਾ। ਜੇ ਹੁਣ ਪੰਜਾਬ ਦੇ ਵਿੱਚ ਜੱਜ ਲਾਏ ਨੇ, ਚਾਹੇ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਆਉਂਦਾ ਹੈ, ਚਾਹੇ ਪੰਜਾਬ ਦੇ ਵਿੱਚ ਆਉਂਦਾ ਵੀ ਹਰਿਆਣੇ ਨੂੰ ਜਿਹੜੀ ਜੀ ਇੰਨੇ ਏਕੜ ਜ਼ਮੀਨ ਦੇਣੀ ਆਪਣੀ ਅਸੈਂਬਲੀ ਬਣ, ਤੇ ਉੱਥੇ ਰਿਕੁਐਸਟ ਹੋ ਰਹੀ ਹੈ ਜੀ ਵੀ ਅਸੀਂ ਅਪੀਲ ਕਰਦੇ ਹਾਂ ਪ੍ਰਾਈਮ ਮਿਨਿਸਟਰ ਨੂੰ, ਚਾਹੇ ਹੋਮ ਮਿਨਿਸਟਰ ਨੂੰ, ਵੀ ਇਹ ਗੱਲ ਨਹੀਂ ਹੋਣੀ ਚਾਹੀਦੀ। ਇਹ ਕਿਉਂ ਨਹੀਂ ਕਹਿੰਦੇ ਵੀ ਸਾਡਾ ਹੱਕ ਹੈ ਚੰਡੀਗੜ੍ਹ ਸਾਡਾ, ਤੁਸੀਂ ਕਿੱਦਾਂ ਜ਼ਮੀਨ ਦੇ ਰਹੇ ਆ? ਇਹ ਕਿਉਂ ਨਹੀਂ ਕਹਿ ਰਹੇ ਵੀ ਜਿਹੜੀ ਭਰਤੀ ਇੱਥੇ ਮੁਲਾਜ਼ਮਾਂ ਦੀ ਹੁੰਦੀ ਸਾਰੇ ਦਾ ਸਾਰਾ ਚੰਡੀਗੜ੍ਹ ਦੀ ਜਿਹੜੀ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਸਿਸਟਮ ਦੇ ਵਿੱਚ, ਉਹ ਟੋਟਲ ਬਾਹਰੋਂ ਅਫਸਰ ਲਾਏ ਨੇ, ਪੰਜਾਬ ਦਾ ਕੋਈ ਨਹੀਂ ਰਹਿ ਗਿਆ। ਜੇ ਹੈਗੇ ਨੇ ਤੇ ਬਿਲਕੁਲ ਉਹਨਾਂ ਪੋਸਟਾਂ ਤੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈਗੀ, ਜਿਨ੍ਹਾਂ ਦੀ ਕੋਈ ਡਿਸੀਜ਼ਨ ਕਰਨ ਦੀ ਕੋਈ ਪਾਵਰ ਹੀ ਨਹੀਂ ਹੈਗੀ। ਤੇ ਇਸ ਕਰਕੇ ਕਾਹਦੀ ਭਗਵੰਤ ਮਾਨ ਕੀ ਕਰ ਲੂਗਾ ਪੰਜਾਬ ਲਈ? ਇਸ ਕਰਕੇ ਸਿਸਟਮ ਜਿਹੜਾ ਹੈ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ। ਇਹਨਾਂ ਦਾ ਸਿਸਟਮ ਇੱਕੋ ਹੀ ਆ ਵੀ ਪੰਜਾਬ ਦੇ ਵਿੱਚ ਪਾਵਰ ਆਈਏ, ਇਹਦੇ 'ਚੋਂ ਵੱਧ ਤੋਂ ਵੱਧ ਬੈਨੀਫਿਟ ਜਿਹੜੇ ਲੈ ਲਈਏ। ਹਾਂਜੀ, ਭਾਵੇਂ ਉਹਨੂੰ ਚੱਡੇ ਨੂੰ ਜਿਹੜਾ ਹੈ ਪਾਲਿਸੀ ਬੋਰਡ ਬਣਾ ਕੇ ਉਹਦਾ ਚੇਅਰਮੈਨ ਲਾ ਦਿੱਤਾ, ਦੱਸੋ ਹੁਣ ਸਾਡੀ ਪਾਲਿਸੀ ਕੀ ਕਰਨੀ? ਪਾਲਿਸੀ ਤਾਂ ਸਾਡੇ ਕੋਲ ਹੈਗੀ ਹੈ। ਸੋ ਇਸ ਕਰਕੇ ਇਹ ਸਾਡੇ ਨਾਲ ਇੱਕ ਬਹੁਤ ਵੱਡਾ ਫਿਰ ਧੋਖਾ ਹੋ ਰਿਹਾ ਪੰਜਾਬ ਨਾਲ। ਭਾਵੇਂ ਪੋਲੀਟੀਕਲ ਸੈਟਅਪ ਬਦਲਿਆ ਹੈ, ਪੰਜਾਬ ਦੀਆਂ ਮੁਸ਼ਕਿਲਾਂ ਵਧਣਗੀਆਂ ਆਉਣ ਵਾਲੇ ਸਮੇਂ 'ਚ। ਅਖੀਰ ਤੇ ਦਿਲਸ਼ੇਰ ਜੀ, ਕਿਉਂਕਿ ਅਕਸਰ ਅਸੀਂ ਕਹਿੰਦੇ ਹਾਂ ਕਿ ਕਈ ਕੇਸ ਐਡੇ ਭਾਰੇ ਹੁੰਦੇ ਨੇ, ਉਹਨਾਂ ਦਾ ਭਾਰ ਝੱਲਣ ਦੀਆਂ ਲੱਤਾਂ ਦੇ ਵਿੱਚ ਦਮ ਵੀ ਚਾਹੀਦਾ। ਲੱਗਦਾ ਕਿ ਭਗਵੰਤ ਮਾਨ ਦੀ ਸਰਕਾਰ ਦੀਆਂ ਲੱਤਾਂ ਦੇ ਵਿੱਚ ਉਹ ਦਮ ਹੈਗਾ ਕਿ ਬੇਅਦਬੀ ਮਸਲੇ ਦਾ ਕੋਈ ਹੱਲ ਕੱਢ ਸਕਦਾ? ਬਾਈ ਸਾਹਿਬ, ਜਿੱਦਾਂ ਚੇਲ ਸਾਹਿਬ ਨੇ ਹੁਣੇ ਬਰੀਫ ਕੀਤਾ ਕਿ ਉਹ ਤੇ ਜਿਹੜੇ ਛੋਟੇ ਛੋਟੇ ਮਾਮਲੇ ਵੀ ਉਹਨਾਂ ਕੋਲ ਹੱਲ ਨਹੀਂ ਹੋ ਰਹੇ। ਪੰਜਾਬ ਦੇ ਬਹੁਤ ਵੱਡੀਆਂ ਮੁਸ਼ਕਲਾਵਾਂ ਨੇ ਜਿਹੜੀਆਂ ਰੋਜ਼ ਮਲਟੀਪਲਾਈ ਹੋ ਰਹੀਆਂ ਨੇ। ਇੱਕ ਵੀ ਕੋਈ ਅੱਜ ਦਾ ਉਹਨਾਂ ਦਾ ਜਿਹੜਾ ਵਾ ਘੱਟ ਤੋਂ ਘੱਟ ਲਗਭਗ 6 ਮਹੀਨੇ ਦੀ ਉਹਨਾਂ ਦੀ ਰੂਲਿੰਗ ਹੋ ਗਈ ਆ। 6 ਮਹੀਨਿਆਂ 'ਚ ਕੁਛ 10 ਦਿਨ ਉਹਨਾਂ ਨੇ ਜਿਹੜਾ ਅਚੀਵ ਕੀਤਾ ਜਾਂ ਪੰਜਾਬ ਨੂੰ ਦਿੱਤਾ। ਉਦੋਂ ਇਹ ਕੈਲਕੂਲੇਸ਼ਨਸ ਕਰਕੇ ਦਿੰਦਾ ਸੀ ਚੱਡਾ ਆਪਣੀ ਲਾਈਵ ਡਿਬੇਟਸ 'ਚ ਕਿ ਅਸੀਂ ਇੰਨੇ ਪੈਸੇ ਇੱਥੋਂ ਲੈ ਆਉਣੇ ਆ, ਇੰਨੇ ਇੱਥੋਂ ਲੈ ਆਉਣੇ ਆ, ਆਹ ਕਰ ਦਿਆਂਗੇ। ਕੁਛ ਵੀ ਨਹੀਂ ਹੋਇਆ। ਕੋਈ ਇੰਪਲੋਇਮੈਂਟ ਦੀ ਗੱਲ ਨਹੀਂ ਹੋਈ, ਕੋਈ ਜਿਹੜਾ ਡਰੱਗ ਤੇ ਕੋਈ ਕੰਟਰੋਲ ਨਹੀਂ ਹੋਇਆ, ਕੋਈ ਗੈਂਗਵਾਰਸ ਨਹੀਂ ਹੋਇਆ। ਇਸ ਤੋਂ ਬਦਕਿਸਮਤੀ ਕੀ ਹੋ ਸਕਦੀ ਆ ਕਿ ਇਹਨਾਂ ਦੀ ਸਰਕਾਰ ਜਦੋਂ ਇਹਨਾਂ ਨੇ ਰਾਜ ਕਰਨਾ ਸ਼ੁਰੂ ਕੀਤਾ, ਗਵਰਨਮੈਂਟ ਬਣ ਗਈ ਇਹਨਾਂ ਦੀ, ਇੰਨੇ ਫੇਮਸ ਆਦਮੀਆਂ ਦੇ ਜਿਹੜੇ ਦਿਨ ਦਿਹਾੜੇ ਕਤਲ ਹੋ ਗਏ ਨੇ। ਹੁਣ ਸਿੱਧੂ ਮੂਸੇਵਾਲੇ ਦੇ ਕਤਲ ਦੀ ਇਨਵੈਸਟੀਗੇਸ਼ਨ ਕਿੱਧਰ ਨੂੰ ਲੈ ਕੇ ਜਾ ਰਹੇ ਨੇ? ਸੋ ਇਹ ਸਾਰੀਆਂ ਗੱਲਾਂ ਟੋਟਲੀ ਇਹ ਫੇਲ ਹੋਏ ਨੇ। ਉੱਦਾਂ ਹੀ ਧਰਨੇ ਲੱਗ ਰਹੇ ਨੇ, ਉੱਦਾਂ ਹੀ ਟੀਚਰਸ ਧੱਕੇ ਖਾ ਰਹੇ ਨੇ, ਉੱਦਾਂ ਹੀ ਮੁਲਾਜ਼ਮ ਧੱਕੇ ਖਾ ਰਹੇ ਨੇ, ਉੱਦਾਂ ਦਾ ਹੀ ਸਾਰਾ ਹਾਲ ਆ। ਕਹਿਣ ਦਾ ਮਤਲਬ ਕਿ ਇਹਨਾਂ ਨੇ ਜੋ ਜੁਮਲੇ ਛੱਡੇ ਸੀ ਉਹ ਆਉਣ ਵਾਲੇ ਦਿਨਾਂ 'ਚ ਸਾਰੇ ਕਲੀਅਰ ਹੋ ਜਾਣੇ ਆ। ਹੁਣ ਤੇ ਇਹਨਾਂ ਦੇ ਪਾਰਟੀ ਵਰਕਰ ਵੀ ਜਿਹੜੇ ਆਪ ਇਹਨਾਂ ਤੋਂ ਬੜੇ ਦੂਰ ਜਾ ਰਹੇ ਨੇ। ਜਿੱਦਾਂ ਦੀਆਂ ਇਹ ਗੱਲ ਕਰਦੇ, ਵੇਖੋ ਮੱਤੇਵਾੜੇ ਦੇ ਜੰਗਲ ਦੇ ਵਿੱਚ ਜਿਹੜਾ ਉਹਨੂੰ ਉਜਾੜ ਕੇ ਬਣਾਉਣ ਦੀ ਗੱਲ ਆਈ, ਉੱਥੇ ਲੋਕਾਂ ਨੇ ਵਿਰੋਧ ਕੀਤਾ, ਇਹਨਾਂ ਦੇ ਪਾਰਟੀ ਦੇ ਵਰਕਰਾਂ ਨੇ ਵਿਰੋਧ ਕੀਤਾ। ਸੋ ਜਿਹੜਾ ਫੈਸਲਾ ਲੈਂਦੇ ਨੇ ਉਹ ਧੱਕੇ ਦੇ ਨਾਲ ਫਿਰ ਇਹਨਾਂ ਨੂੰ ਵਾਪਸ ਲੈਣਾ ਪੈਂਦਾ। ਇਹ ਇਹਨਾਂ ਦੀ ਇੰਟੀਗ੍ਰਿਟੀ ਆ। ਸਰਕਾਰ ਕੋਈ ਫੈਸਲਾ ਪਹਿਲਾਂ ਹੀ ਠੀਕ ਲਵੇ ਕਿ ਲੋਕ ਉਹਦੀ ਹੱਲ ਨਾ ਕਰਨ ਕਿ ਅੱਛਾ ਫੈਸਲਾ ਲਿਆ, ਇਹ ਗਲਤ ਫੈਸਲਾ ਲੈਂਦੇ ਨੇ, ਵਰਕਰ ਇਹਨਾਂ ਦਾ ਵਿਰੋਧ ਕਰਦੇ ਨੇ, ਪਾਰਟੀ ਦੇ ਵਰਕਰ ਕਰਦੇ ਨੇ, ਆਮ ਜਨਤਾ ਵਿਰੋਧ ਕਰਦੀ ਹੈ, ਫਿਰ ਉੱਥੋਂ ਮੁੱਕਰ ਜਾਂਦੇ ਨੇ। ਇਸ ਵੇਲੇ ਸਭ ਤੋਂ ਜੇ ਇਹ ਆਪਣੇ ਆਪ ਨੂੰ ਠੀਕ ਸਾਬਤ ਕਰਨਾ ਚਾਹੁੰਦੇ ਨੇ ਪੰਜਾਬ ਦੇ ਪ੍ਰਤੀ, ਇਹਨਾਂ ਨੂੰ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਚਾਹੀਦੀ ਆ। ਖਾਸ ਕਰਕੇ ਜਿਹੜਾ ਇਹਨਾਂ ਦੇ ਹੱਥ 'ਚ ਆ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਇੱਕਦਮ ਕਰ ਦੇਣ, ਜੇ ਇੱਥੇ ਇਹਨਾਂ ਨੇ ਪੰਜਾਬ 'ਚ ਕੁਛ ਅਗਲਾ ਆਪਣਾ ਕਦਮ ਪੁੱਟਣਾ। ਨਹੀਂ ਤੇ ਆਉਣ ਵਾਲਾ ਸਮਾਂ ਇਹਨਾਂ ਲਈ ਠੀਕ ਨਹੀਂ ਹੋਏਗਾ ਰਾਜਨੀਤਿਕ ਤੌਰ ਤੇ। ਸੋ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਸੀਨੀਅਰ ਐਡਵੋਕੇਟ ਨੇ ਅਮਰ ਸਿੰਘ ਚਾਹਲ, ਉਹਨਾਂ ਨੇ ਬੜੇ ਬੇਬਾਕੀ ਦੇ ਨਾਲ ਤੁਹਾਨੂੰ ਦੱਸਿਆ ਹੈਗਾ ਕਿ ਮਾਮਲਾ ਜਾ ਕਿੱਧਰ ਹੋ ਰਿਹਾ। ਸਾਡੀ ਵੀ ਕੋਸ਼ਿਸ਼ ਇਹ ਸੀ ਕਿ ਅਸੀਂ ਸਮਝੀਏ ਕਿ ਆਖਰਕਾਰ ਇਹ ਮਸਲਾ ਹੱਲ ਵੱਲ ਜਾ ਰਿਹਾ ਜਾਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ। ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਦੁਬਾਰਾ ਧਰੋਹ ਹੋ ਰਿਹਾ ਹੈਗਾ। ਜੇ ਮਸਲੇ ਦੀ ਗੱਲ ਕਰ ਲਈਏ, ਕੋਟਕਪੂਰਾ ਗੋਲੀਕਾਂਡ ਦੀ ਗੱਲ ਕਰ ਲਈਏ, ਤਾਂ ਇਹ ਮਾਮਲੇ ਕਿਸੇ ਵੀ ਬੰਨੇ ਕੰਢੇ ਲੱਗਦੇ ਦਿਖਾਈ ਨਹੀਂ ਦੇ ਰਹੇ। ਜੇ ਅਸਲ ਦੇ ਵਿੱਚ ਕੋਈ ਐਕਸ਼ਨ ਕਰਨਾ ਹੈਗਾ ਭਗਵੰਤ ਮਾਨ ਦੀ ਸਰਕਾਰ ਨੇ, ਤਾਂ ਸਿੱਧੇ ਤੌਰ ਤੇ ਉਸ ਵੇਲੇ ਦੀ ਹਕੂਮਤ ਦੇ ਵਿੱਚ ਜਿਹੜੇ ਹੁਕਮਰਾਨ ਸੀਗੇ ਗ੍ਰਿਫਤਾਰੀ ਕਰੇ, ਜਿਹੜੇ ਸੀਨੀਅਰ ਪੁਲਿਸ ਅਫਸਰਾਂ ਦੇ ਹੁਕਮਾਂ ਤੇ ਐਕਸ਼ਨ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਹੋਵੇ, ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦੀ ਗ੍ਰਿਫਤਾਰੀ ਹੋਵੇ, ਤੇ ਸਿੱਧੇ ਤੌਰ ਤੇ ਟ੍ਰਾਇਲ ਹੋਵੇ, ਤਾਂ ਸ਼ਾਇਦ ਕੋਈ ਮਸਲੇ ਦਾ ਹੱਲ ਹੋ ਸਕਦਾ। ਪਰ ਸੰਮਨ ਜਾਰੀ ਕਰਕੇ ਇਸ ਤਰੀਕੇ ਨਾਲ ਕੋਈ ਵੀ ਹੱਲ ਨਹੀਂ ਹੋਣਾ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਜਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।